बिरद पयो सूझै नहीं, काल पहुँचियो आन। कहो नानक नर बावरे, क्यों न भजै भगवान। नौवें पातशाह गुरु तेग बहादुर सच्चे पातशाह जी ਸਲੋਕ ਨੰਬਰ 4 ਦੇ ਵਿੱਚ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਬਿਰਦ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਚਪਨ ਦਾ ਲੰਘ ਜਾਣਾ, ਫਿਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਵਾਨੀ ਦਾ ਆਉਣਾ ਅਤੇ ਜਵਾਨੀ ਦਾ ਵੀ ਇਸੇ ਤਰੀਕੇ ਦੇ ਨਾਲ ਲੰਘ ਜਾਣਾ, ਫਿਰ ਮਨੁੱਖ ਦੇ ਉੱਤੇ ਬੁਢਾਪਾ ਆ ਜਾਣਾ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਬੁਢਾਪੇ ਤੋਂ ਬਾਅਦ ਵੀ ਮਨੁੱਖ ਨੂੰ ਜੇਕਰ ਸੋਝੀ ਨਹੀਂ ਆਈ, ਪਹਿਲੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਅੰਦਰ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਵੀ ਅਨੇਕਾਂ ਜਨਮ ਉਸ ਪਰਮਾਤਮਾ ਵਾਹਿਗੁਰੂ ਤੋਂ ਇਹ ਮਨੁੱਖ ਤੋਂ ਵਿਛੜਿਆ ਹੋਇਆ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ। ਕਈ ਜਨਮਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਚਿਰਾਂ ਤੋਂ ਬਾਅਦ ਇਹ ਮਨੁੱਖ ਤੈਨੂੰ ਮਨੁੱਖਾ ਜੀਵਨ ਉਸ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਤੈਨੂੰ ਮਿਲਿਆ ਏ। ਇਸ ਮਨੁੱਖਾ ਜੀਵਨ ਦੇ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਮਨੁੱਖਾ ਜੀਵਨ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰ, ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਧਿਆਨ ਧਰ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਬਿਰਦ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਮਨੁੱਖ ਦਾ ਬਚਪਨ ਅਜਿਹੇ ਤਰੀਕੇ ਦੇ ਨਾਲ ਨਿਕਲ ਜਾਣਾ, ਜਵਾਨੀ ਵੀ ਅਜਿਹੇ ਤਰੀਕੇ ਦੇ ਨਾਲ ਗੁਜ਼ਰ ਜਾਣੀ, ਅਤੇ ਬੁਢਾਪੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰਾ ਜੀਵਨ ਇਹੋ ਜਿਹਾ ਬਣ ਜਾਣਾ ਵੀ ਬੁਢਾਪੇ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਬਾਣੀ ਦੇ ਵਿੱਚ, 10 ਬਾਲਪਣ 20 ਰਵਣੰ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਗ ਖਿਸੈ, 60 ਕੈ ਬੁਢੇਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਬਿਰਦ ਭਇਓ ਸੂਝੈ ਨਹੀਂ, ਜਦੋਂ ਬਿਰਦ ਅਵਸਥਾ ਆ ਗਈ, ਉਸ ਬਿਰਦ ਅਵਸਥਾ ਦੇ ਵਿੱਚ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਹੇ ਭਾਈ 60 ਕੈ ਬੁਢੇਪਾ ਆਵੈ, 70 ਕਾ ਮਤਹੀਣ। ਜਦੋਂ ਇਹ ਮਨੁੱਖ ਤੂੰ ਮਤਹੀਣ ਹੋ ਗਿਆ, ਫਿਰ ਤੂੰ ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਿਵੇਂ ਕਰ ਸਕਦਾ ਹੈ? ਫਿਰ ਉਸ ਅਕਾਲ ਪੁਰਖ ਪਰਮਾਤਮਾ ਦਾ ਧਿਆਨ ਤੇ ਕਿਵੇਂ ਧਰ ਸਕਦਾ ਹੈ? ਫਿਰ ਤੂੰ ਸੰਗਤ ਦੇ ਵਿੱਚ ਬੈਠ ਕੇ ਬਾਣੀ ਕਿਵੇਂ ਪੜ੍ਹ ਸਕਦਾ ਹੈ? ਸੰਗਤ ਦੇ ਵਿੱਚ ਬੈਠ ਕੇ ਸੇਵਾ ਕਿਵੇਂ ਕਰ ਸਕਦਾ ਹੈ? ਸੰਗਤ ਦੇ ਜੋੜੇ ਕਿਵੇਂ ਝਾੜ ਸਕਦਾ ਹੈ? ਸੰਗਤ ਦੇ ਵਿੱਚ ਬੈਠ ਕੇ ਸੰਗਤ ਦੇ ਵਿੱਚ ਜੋ ਗੁਰੂ ਉਪਦੇਸ਼ ਦਿੰਦੇ ਨੇ, ਗੁਰੂ ਉਪਦੇਸ਼ ਨੂੰ ਕਿਵੇਂ ਸਮਝ ਸਕਦਾ ਹੈ? ਕਿਉਂਕਿ ਗੁਰੂ ਦਾ ਉਪਦੇਸ਼ ਹੀ ਸੰਗਤ ਦੇ ਵਿੱਚ ਬੈਠਣਾ, ਤੇ ਸੰਗਤ ਦੇ ਵਿੱਚ ਜੇ ਤੂੰ ਵਿਰਧ ਅਵਸਥਾ ਦੇ ਵਿੱਚ ਹੈ ਤੇ ਸੰਗਤ ਦੇ ਵਿੱਚ ਕਿਵੇਂ ਬੈਠੇਂਗਾ? ਤੇਰੇ ਸਰੀਰ ਦੇ ਵਿੱਚ ਉਹ ਬਲ ਨਹੀਂ ਜੋ ਬਲ ਬਚਪਨ ਦੇ ਵਿੱਚ ਸੀ, ਜੋ ਬਲ ਜਵਾਨੀ ਦੇ ਵਿੱਚ ਹੈ, ਉਹ ਬਲ ਹੁਣ ਬੁਢੇਪੇ ਦੇ ਵਿੱਚ ਬਿਰਧ ਅਵਸਥਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਰਿਹਾ। ਜਦੋਂ ਉਹ ਬਲ ਬਿਰਧ ਅਵਸਥਾ ਦੇ ਵਿੱਚ ਨਹੀਂ ਰਿਹਾ ਤੇ ਸਤਿਗੁਰੂ ਮਹਾਰਾਜ ਕਹਿੰਦੇ 70 ਕਾ ਮਤਹੀਣ। ਜਦੋਂ ਤੂੰ ਮਤਹੀਣ ਹੋ ਗਿਆ, ਜਦੋਂ ਤੈਨੂੰ ਪਤਾ ਨਹੀਂ ਲੱਗ ਰਿਹਾ ਹੈ ਤੂੰ ਕੀ ਪੜ੍ਹਨਾ ਹੈ, ਕੀ ਸੁਣਨਾ ਹੈ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਜਦੋਂ ਸਤਿਗੁਰੂ ਮਹਾਰਾਜ ਕਹਿੰਦੇ ਤਨ ਦੇ ਵਿੱਚ ਤਾਕਤ ਸੀ, ਤਨ ਦੇ ਵਿੱਚ ਬਲ ਸੀ, ਤੇ ਉਸ ਬਲ ਦੇ ਸਮੇਂ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਇਹਨਾਂ ਨੈਣਾ ਨੇ ਉਸ ਗੁਰੂ ਦੇ ਦਰਸ਼ਨ ਨਹੀਂ ਕੀਤੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਇਹਨਾਂ ਕੰਨਾਂ ਨੇ ਉਸ ਪਰਮਾਤਮਾ ਦੀ ਬਾਣੀ ਨੂੰ ਨਹੀਂ ਸੁਣਿਆ, ਬਲਕਿ ਇਸ ਕੰਨਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਤੋਂ ਵਿਪਰੀਤ ਉਲਟ ਨਿੰਦਿਆ ਚੁਗਲੀ ਸੁਣੀ ਹੈ। ਨੈਨੋ ਨੀਂਦ ਪਾ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੈ ਸਾਧ। ਜਿੱਥੇ ਗੱਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕੀਤੀ ਹੈ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜੋ ਸਗਲੇ ਦੁੱਖ ਪਲਾਇਣ। ਜਿਸੇ ਰਸਨਾ ਦੀ ਗੱਲ ਕੀਤੀ, ਪਰਮਾਤਮਾ ਦਾ ਧਿਆਨ ਧਰਨ ਦੀ, ਪਰਮਾਤਮਾ ਦਾ ਸਿਮਰਨ ਕਰਨ ਦੀ, ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੀ ਹੈ? ਰਸਨਾ ਸੋਈ ਲੋਭ ਮਿੱਠੈ ਸਾਧ। ਉੱਥੇ ਰਸਨਾ ਜਿਹੜੀ ਹੈ ਉਹ ਮਿੱਠੇ ਸਵਾਦਾਂ ਦੇ ਵਿੱਚ ਪਈ ਹੋਈ ਹੈ।
ਉੱਥੇ ਰਸਨਾ ਜਿਹੜੀ ਹੈ ਕੂੜ ਬੋਲਣ ਦੇ ਉੱਤੇ ਲੱਗੀ ਹੋਈ ਹੈ। ਮਨ ਸੋਇਆ ਮਾਇਆ ਬਿਸਮਾਦ। ਗੱਲ ਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰਾ ਮਨ ਹੀ ਸੁੱਤਾ ਪਿਆ ਤੇ ਮਨ ਸੁੱਤੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਮਨੁੱਖ ਤੂੰ ਜਾਗ। ਜਦੋਂ ਜਾਗਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ। ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਬਚਨ ਬਾਬਾ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਆਉਂਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਸਵੇਰਾ। ਜੈਸੇ ਤਰਵਰ ਪੰਖ ਵਸੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਗੱਲ ਕਰਦੇ ਨੇ, ਹੇ ਭਾਈ ਇਸ ਸਰੀਰ ਦੇ ਵਿੱਚ ਪੰਖੀ ਰੂਪੀ ਉਸ ਪਰਮਾਤਮਾ ਦੀ ਅੰਸ਼ ਵਸਦੀ ਹੈ ਜਿਹਨੂੰ ਬਾਬਾ ਕਬੀਰ ਜੀ ਬਾਣੀ ਦੇ ਵਿੱਚ ਕਹਿੰਦੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ਼। ਇਸ ਪਰਮਾਤਮਾ ਦੀ ਅੰਸ਼ ਨੂੰ ਜੋ ਤੇਰੇ ਸਰੀਰ ਦੇ ਵਿੱਚ ਵਸਦੀ ਪਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਭਾਈ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਆਪਣਾ ਜਨਮ ਜਿਹੜਾ ਕੌਡੀ ਦੇ ਬਦਲੇ ਨਾ ਗਵਾ, ਇਸ ਕਰਕੇ ਕੀ ਕਰ ਸਮਝ ਬਿਰਧ ਪਇਓ ਸੂ ਜੈ ਨਹੀਂ ਕਾਲ ਪਹੁੰਚਿਓ ਆਨ। ਤੇਰੇ ਉੱਪਰ ਕਾਲ ਤੇਰੇ ਉੱਪਰ ਮੌਤ ਮੰਡਰਾ ਰਹੀ ਹੈ। ਤੇਰੇ ਪਿੱਛੇ ਗੁਰੂ ਬਾਬਾ ਕਬੀਰ ਜੀ ਦੀ ਬਾਣੀ ਦੇ ਮੁਤਾਬਕ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਸੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਵਿਦ ਕੀਜੈ ਸੋ ਦਿਨ ਆਵਨ ਲਾਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਤੇਰੇ ਪਿੱਛੇ ਕਾਲ ਲੱਗਿਆ ਪਿਆ ਏ। ਤੇ ਬਾਬਾ ਕਬੀਰ ਜੀ ਵੀ ਕਹਿੰਦੇ ਨੇ, ਤੇਰੇ ਪਿੱਛੇ ਕਾਲ ਮੌਤ ਲੱਗੀ ਹੋਈ ਹੈ ਤੇ ਉਹ ਮੌਤ ਦਿਨ ਰਾਤ ਤੋਂ ਤੇਰੇ ਪਿੱਛੇ ਹੈ। ਜਦੋਂ ਦਾ ਇਸ ਸੰਸਾਰ ਦੇ ਵਿੱਚ ਆਇਆ ਹੈ ਨਾ, ਮਰਨ ਲਿਖਾਏ ਮੰਡਲ ਮੇ ਆਏ, ਜਦੋਂ ਦਾ ਦੁਨੀਆ ਦੇ ਵਿੱਚ ਆਇਆ ਹੈ ਉਦੋਂ ਦੀ ਮੌਤ ਤੇਰੇ ਪਿੱਛੇ ਹੈ। ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਬਿਰਧ ਹੋ ਗਿਆ ਹੈ ਪਰ ਹਾਲੇ ਤੱਕ ਤੈਨੂੰ ਸਮਝ ਨਹੀਂ ਆਈ। 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ। ਤੂੰ ਸਤਿਗੁਰੂ ਮਹਾਰਾਜ ਕਹਿੰਦੇ ਵਿਰਧ ਅਵਸਥਾ ਦੇ ਵਿੱਚ ਪਹੁੰਚ ਚੁੱਕੇ ਆਏ, ਹਾਲੇ ਤੈਨੂੰ ਚੰਗੇ ਤੇ ਮਾੜੇ ਦੀ ਤੈਨੂੰ ਸਮਝ, ਚੰਗੇ ਤੇ ਮਾੜੇ ਦੀ ਪਰਖ ਕਰਨੀ ਨਹੀਂ ਆਈ। ਆਪਣੀ ਜ਼ਿੰਦਗੀ ਦੇ ਵਿੱਚ ਠੀਕ ਹੈ ਸੰਸਾਰਕ ਤੌਰ ਦੇ ਉੱਤੇ ਤੇਰੇ ਕੋਲ ਬਹੁਤ ਤਜਰਬਾ ਹੈ, ਪਰ ਜੋ ਤਜਰਬਾ ਧਰਮ ਦੀ ਦੁਨੀਆ ਦੇ ਵਿੱਚ ਚਾਹੀਦਾ ਹੈ, ਜੋ ਤਜਰਬਾ ਧਰਮ ਦੇ ਵਿੱਚ ਰਹਿ ਕੇ ਤੇਰੇ ਕੋਲ ਚਾਹੀਦਾ, ਉਹ ਤਜਰਬਾ ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਕੋਲ ਨਹੀਂ ਹੈ। ਉਹ ਤਜਰਬਾ ਗੁਰੂ ਦੇ ਦੁਆਰਾ ਮਿਲਣਾ ਹੈ, ਗੁਰੂ ਦੀ ਕਿਰਪਾ ਦੇ ਨਾਲ ਮਿਲਣਾ ਹੈ। ਤੇ ਉਹ ਤਜਰਬਾ ਦੱਸਦਾ ਕੀ ਹੈ? ਉਹ ਤਜਰਬਾ ਦੱਸਦਾ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਉਹ ਤਜਰਬਾ ਦੱਸਦਾ ਹੈ ਵੀ ਇਹ ਲੋਕ ਤੇ ਪਰਲੋਕ ਕਿਵੇਂ ਸਵਾਰਨਾ ਹੈ। ਉਹ ਤਜਰਬਾ ਦੱਸਦਾ ਹੈ ਜਿਉ ਤਪਤ ਹੈ ਬਾਹਰੋਂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਉਹ ਤਜਰਬਾ ਕੀ ਦੱਸਦਾ ਹੈ? ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾਹ ਵੈਸਣ ਨਾਹੀਂ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਧਰਮ ਦੀ ਦੁਨੀਆ ਦੇ ਵਿੱਚ ਜੇਕਰ ਤੇਰੇ ਕੋਲ ਕਰਮ ਹੈ, ਧਰਮ ਦੀ ਦੁਨੀਆ ਦਾ ਤੇਰੇ ਕੋਲ ਤਜਰਬਾ ਹੈ, ਪਰ ਖਿਆਲ ਰੱਖੀ ਉਹ ਤਜਰਬਾ ਤੇਰੀ ਜ਼ਿੰਦਗੀ ਦੇ ਵਿੱਚ ਹੰਕਾਰ ਨਾ ਬਣ ਜਾਵੇ। ਜੇ 40 ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਿਆ ਤੇ ਤੂੰ ਕਵੇਂ ਮੇਰੇ ਕੋਲ ਤਜਰਬਾ ਬੜਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਖਿਆਲ ਰੱਖੀ ਉਹ 40 ਸਾਲ ਸਿਰਫ ਹੰਕਾਰ ਇਕੱਠਾ ਕੀਤਾ ਹੈ। ਪਰ ਚਾਹੀਦਾ ਕੀ ਹੈ? ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਰਧ ਹੋਣ ਤੋਂ ਪਹਿਲਾਂ ਪਹਿਲਾਂ, ਬਿਰਧ ਦਾ ਅਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਉਂਦਾ ਹੈ ਕਮਜ਼ੋਰ। ਕਮਜ਼ੋਰ ਹੋਣ ਤੋਂ ਪਹਿਲਾਂ, ਕਮਜ਼ੋਰ ਕਦੋਂ ਹੁੰਦਾ ਹੈ? ਜਦੋਂ ਸਰੀਰ ਬੁਢਾਪੇ ਦੇ ਵਿੱਚ ਪਹੁੰਚ ਜਾਂਦਾ ਹੈ। ਜਦੋਂ ਸਰੀਰ ਬੁਢਾਪੇ ਦੇ ਵਿੱਚ ਪਹੁੰਚ ਜਾਂਦਾ ਹੈ ਫਿਰ ਕੀ ਹੁੰਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹੋ ਤੇ ਸਤਿਗੁਰੂ ਮਹਾਰਾਜ ਕਹਿੰਦੇ ਹੇ ਭਾਈ ਬੁਢਾਪੇ ਦੇ ਵਿੱਚ ਪਹੁੰਚਿਆ ਹੋਇਆ ਸਰੀਰ ਰੱਬ ਦੀ ਬੰਦਗੀ ਨਹੀਂ ਕਰ ਸਕਦਾ। ਰੱਬ ਦੀ ਬੰਦਗੀ ਕਿਉਂ ਨਹੀਂ ਕਰ ਸਕਦਾ? ਕਿਉਂਕਿ ਬੁਢਾਪੇ ਦੇ ਵਿੱਚ ਜਦੋਂ ਪਹੁੰਚਦਾ ਹੈ ਫਿਰ ਚੌਂਕੜਾ ਮਾਰ ਕੇ ਬਾਣੀ ਨਹੀਂ ਪੜ੍ਹ ਸਕਦਾ, ਫਿਰ ਸੰਗਤ ਦੀ ਉਹ ਉਸ ਤਰੀਕੇ ਦੇ ਨਾਲ ਸੇਵਾ ਨਹੀਂ ਕਰ ਸਕਦਾ। ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਸਤਿਗੁਰੂ ਮਹਾਰਾਜ ਕਹਿੰਦੇ ਉਹ ਕਾਲ ਪਹੁੰਚਣ ਤੋਂ ਪਹਿਲਾਂ ਪਹਿਲਾਂ, ਮੌਤ ਆਉਣ ਤੋਂ ਪਹਿਲਾਂ ਪਹਿਲਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਧਿਆਨ ਧਰ, ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰ, ਤਾਂ ਜੋ ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਕਹੋ ਨਾਨਕ ਨਰਬਾਵਰੇ ਕਿਉਂ ਨਾ ਭਜੈ ਭਗਵਾਨ। ਸਤਿਗੁਰੂ ਮਹਾਰਾਜ ਕਹਿੰਦੇ ਹੇ ਭਾਈ ਤੂੰ ਕਿਉਂ ਪਰਮਾਤਮਾ ਨੂੰ ਨਹੀਂ ਭਜਦਾ ਪਿਆ? ਕਿਉਂ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਪਿਆ? ਪਰਮਾਤਮਾ ਦਾ ਸਿਮਰਨ ਕਰ, ਕਿਉਂ?
ਕਿਉਂਕਿ ਸਤਿਗੁਰੂ ਮਹਾਰਾਜ ਕੀ ਬਾਣੀ ਦੇ ਵਿੱਚ ਕਹਿੰਦੇ ਨੇ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿ ਕੁਰਬਾਨ। ਉਹ ਤੇਰੀ ਪੈਜ ਰੱਖਦਾ ਹੈ। ਤੇ ਪੈਜ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਉਹ ਸਾਨੂੰ ਛਡਾਉਂਦਾ ਏ, ਉਹ ਸਾਨੂੰ ਬਚਾਉਂਦਾ ਏ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਏ। ਉਹ ਸਾਡੇ ਚੌ ਤਰਫ ਰਹਿੰਦਾ ਹੈ, ਉਹ ਸਾਡੇ ਹਮੇਸ਼ਾ ਆਲੇ ਦੁਆਲੇ ਰਹਿੰਦਾ ਹੈ। ਕਹੋ ਰਵਿਦਾਸ ਹਾਥ ਪੈ ਨੇਰੈ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਉਹ ਸਾਡੇ ਨੇੜੇ ਰਹਿ ਕੇ ਸਤਿਗੁਰੂ ਮਹਾਰਾਜ ਕਹਿੰਦੇ ਸਾਡੀ ਰੱਖਿਆ ਕਰਦਾ ਹੈ, ਸਾਨੂੰ ਸੰਭਾਲਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕਹਿੰਦੇ ਨੇ, ਹੈ ਭਾਈ ਉਹ ਕਾਲ ਆਉਣ ਤੋਂ ਪਹਿਲਾਂ ਪਹਿਲਾਂ ਉਸ ਪਰਮਾਤਮਾ ਦਾ ਸਿਮਰਨ ਕਰ, ਉਸ ਪਰਮਾਤਮਾ ਦਾ ਭਜਨ ਕਰ, ਤਾਂ ਜੋ ਤੂੰ ਉਸ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਮਾਣ ਪ੍ਰਾਪਤ ਕਰੇ। ਹਰ ਕੋ ਨਾਮ ਸਦਾ ਸੁਖਦਾਈ, ਕਿਉਂਕਿ ਇਹ ਨਾਮ ਹੀ ਜੋ ਤੈਨੂੰ ਸੁੱਖ ਦਿੰਦਾ ਹੈ, ਇਹ ਨਾਮ ਹੀ ਤੈਨੂੰ ਆਸਰਾ ਦਿੰਦਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਹੈ ਭਾਈ ਉਸ ਗੁਰੂ ਦੇ ਆਸਰੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੱਕਣ ਦਾ